Okay, so what we are going to do today, we will talk about the new load balancer, that is application load balancer. ਅੱਜ ਤੱਕ ਅਸੀਂ ਦੋ ਲੋਡ ਬੈਲੈਂਸਰ ਬਾਰੇ ਗੱਲ ਕੀਤੀ ਹੈ, ਨੈਟਵਰਕ ਐਂਡ ਕਲਾਸਿਕ। ਕਲਾਸਿਕ ਜਿਹੜਾ ਐਬਸੋਲਿਊਟ ਹੋ ਰਿਹਾ ਹੈ ਅਗਲੇ ਸਾਲ, ਉਸ ਤੋਂ ਬਾਅਦ ਕਲਾਸਿਕ ਲੋਡ ਬੈਲੈਂਸਰ ਅਵੇਲੇਬਲ ਨਹੀਂ ਹੋਣਾ ਕਿਤੇ ਵੀ। ਉਸ ਤੋਂ ਬਾਅਦ ਆ ਜਾਂਦਾ ਨੈਟਵਰਕ ਲੋਡ ਬੈਲੈਂਸਰ, ਜਿਹੜਾ ਅਸੀਂ ਲਾਸਟ ਟਾਈਮ ਕੀਤਾ ਸੀਗਾ। ਨੈਟਵਰਕ ਲੋਡ ਬੈਲੈਂਸਰ ਦਾ ਸਭ ਤੋਂ ਮੇਨ ਇੱਕੋ ਚੀਜ਼ ਆ, ਅਗਰ ਕੋਈ ਤੁਹਾਨੂੰ ਪੁੱਛੇ ਇੰਟਰਵਿਊ ਕੁਐਸਚਨ 'ਚ ਕਿ ਸਾਨੂੰ ਕਿੱਥੇ ਨੈਟਵਰਕ ਯੂਜ਼ ਕਰਨਾ, ਤੁਸੀਂ ਸਿੰਪਲ ਆਨਸਰ ਤੁਹਾਡਾ ਇਹ ਹੋਏਗਾ ਕਿ ਇਫ ਯੂ ਵਾਂਟ ਨੈਟਵਰਕ ਲੋਡ ਬੈਲੈਂਸਰ ਦਾ ਪਹਿਲਾ ਡਿਫਰੈਂਸ ਹੈਗਾ ਕਿ ਇਹ ਲੇਅਰ 4 ਦੇ ਉੱਤੇ ਕੰਮ ਕਰਦਾ, ਤੁਹਾਡੇ OSI ਮਾਡਲ ਦੇ ਉੱਤੇ। ਦੂਸਰਾ ਇਹ ਹੈ ਕਿ ਜਿੱਥੇ ਜਿਹੜੀ ਟ੍ਰੈਫਿਕ ਹੈ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਜਿਵੇਂ ਮਿਲੀਅਨ ਆਫ ਰਿਕੁਐਸਟ ਪਰ ਸੈਕਿੰਡਸ ਆ ਰਹੀਆਂ ਆ, ਠੀਕ ਹੈ, ਜਿਵੇਂ ਫੇਸਬੁੱਕ, ਇਹਨਾਂ ਪਾਰਟਿਕੂਲਰ ਐਪਲੀਕੇਸ਼ਨਸ ਲਈ ਤੁਸੀਂ ਨੈਟਵਰਕ ਲੋਡ ਬੈਲੈਂਸਰ ਯੂਜ਼ ਕਰਦੇ ਆ। ਕਿਉਂਕਿ ਇਸ ਲੋਡ ਬੈਲੈਂਸਰ ਦੇ ਮੂਹਰੇ ਨਾ ਤਾਂ ਕੋਈ ਸਿਕਿਉਰਿਟੀ ਗਰੁੱਪ ਹੁੰਦਾ, ਠੀਕ ਹੈ, ਨਾ ਹੀ ਕੋਈ ਟ੍ਰੈਫਿਕ ਨੂੰ ਮੋਨੀਟਰ ਕਰਦਾ ਕਿ ਹਾਂ ਕਿਹੜੀ ਟ੍ਰੈਫਿਕ ਆ ਰਹੀ ਆ। ਅਗਰ ਮੈਂ ਦੇਖਣਾ ਚਾਹੁੰਦਾ ਕਿ ਇਸ ਬੰਦੇ ਨੇ ਅਗਰ ਟ੍ਰੈਫਿਕ ਭੇਜੀ ਆ ਇੱਥੋਂ, ਠੀਕ ਹੈ, ਇਹਦਾ ਸੋਰਸ ਆਈਪੀ ਕੀ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਨਹੀਂ ਕੈਪਚਰ ਕਰ ਸਕਦੇ। ਅਗਰ ਉਹ ਸਾਰੀਆਂ ਚੀਜ਼ਾਂ ਤੁਸੀਂ ਕੈਪਚਰ ਕਰਨੀਆਂ ਤਾਂ ਫਿਰ ਤੁਸੀਂ ਯੂਜ਼ ਕਰਦੇ ਆ ਐਪਲੀਕੇਸ਼ਨ ਲੋਡ ਬੈਲੈਂਸਰ। ਐਪਲੀਕੇਸ਼ਨ ਲੋਡ ਬੈਲੈਂਸਰ ਦੇ ਵਿੱਚ ਕਾਫੀ ਹੋਰ ਆਪਸ਼ਨਸ ਵੀ ਆ। ਐਪਲੀਕੇਸ਼ਨ ਤੁਹਾਡਾ ਯੂਜ਼ ਕਰਦਾ ਹੈ ਲੇਅਰ 7 ਦੇ ਉੱਤੇ। ਹੁਣ ਤੁਸੀਂ ਅੰਡਰਸਟੈਂਡ ਕਰੋ ਕਿ ਲੇਅਰ 7 ਕਿਸ ਹਿਸਾਬ ਨਾਲ ਵਰਕ ਕਰਦਾ, ਠੀਕ ਹੈ। OSI ਮਾਡਲ ਲੇਅਰ 7, ਅਗਰ ਤੁਸੀਂ ਲੇਅਰ 7 ਦੀ ਗੱਲ ਕਰਦੇ ਹੋ, ਹੁਣ ਇਹਦੇ 'ਚ ਆਉਂਦਾ ਤੁਹਾਡਾ HTTP, FTP, IRC, SSH, DNS। ਹੁਣ ਜਦੋਂ HTTP ਆਉਂਦਾ, ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਇਸ ਪ੍ਰੋਟੋਕਾਲ ਮਤਲਬ ਲੇਅਰ 7 ਪ੍ਰੋਟੋਕਾਲ ਦੇ ਵਿੱਚ ਇਹ HTTP ਜਾਂ HTTPS ਯੂਜ਼ ਕਰੂਗਾ। ਹੁਣ ਜਿੱਦਾਂ ਤੁਸੀਂ ਬਰਾਊਜ਼ਰ 'ਚ ਕੁਝ ਵੀ ਲਿਖਿਆ, ਠੀਕ ਹੈ, ਇਹ ਤੁਹਾਡਾ HTTP, HTTPS ਰਿਕੁਐਸਟ ਆ। ਹੁਣ ਮੈਂ ਇੱਥੇ ਲਿਖਦਾ ਫੋਰ ਐਗਜ਼ਾਮਪਲ citibank.co.in, ਦੇਖੋ ਇਹ ਰਿਕੁਐਸਟ ਚਲੀ ਗਈ, ਠੀਕ ਹੈ, ਉੱਥੇ ਸਿਟੀ ਬੈਂਕ ਦੀ ਸਾਈਟ ਦੇ ਉੱਤੇ। ਮੈਂ ਇੱਥੇ ਕਲਿੱਕ ਕਰਦਾ ਲੌਗਇਨ, ਆਹ ਦੇਖੋ /i bank ਆ ਗਿਆ। ਮੀਨਸ ਅਗਰ ਇੱਥੇ /i bank ਆ ਜਾਂਦਾ, ਇਟ ਮੀਨਸ ਇਹਨੂੰ ਤੁਸੀਂ ਦੇਖੋ, ਇੱਥੇ ਮੈਂ ਇੱਥੇ ਆਪਣੀ ਇਸ ਸਾਈਡ ਦੇ ਉੱਤੇ ਮੈਂ ਆ ਚੀਜ਼ ਨੂੰ ਫੋਰ ਐਗਜ਼ਾਮਪਲ ਮੈਂ ਆਪਣੀ ਲੈਪਟਾਪ ਦੇ ਉੱਤੇ ਆ ਲਿਖਿਆ, ਠੀਕ ਹੈ, ਆ ਰਿਕੁਐਸਟ ਹੈ /i bank, citibank.co.in /i bank। ਤਾਂ ਇਹ ਰਿਕੁਐਸਟ ਕਿੱਥੇ ਜਾਣੀ ਚਾਹੀਦੀ ਹੈ ਮੇਰੀ, ਮਤਲਬ ਇਹ ਇਸ ਲੋਡ ਬੈਲੈਂਸਰ ਤੇ ਆਏਗੀ। ਮੈਂ ਇਹਨੂੰ ਚੇਂਜ ਕਰ ਦਿੰਦਾ, ਇਹ ਵੀ ਪੋਰਟ 80 ਆ, ਠੀਕ ਹੈ, ਇਹਨੂੰ ਆ ਜ਼ਰੂਰਤ ਨਹੀਂ ਲੈਂਦੀ। ਇੰਟਰਨੈਟ ਦੇ ਉੱਤੇ ਮੇਰੀ ਐਪਲੀਕੇਸ਼ਨ ਲੋਡ ਬੈਲੈਂਸਰ ਦੇ ਉੱਤੇ ਵੀ ਅਸੀਂ ਇਹਨੂੰ ਡਿਫਾਈਨ ਕਰ ਸਕਦੇ ਹਾਂ ਕਿ ਅਗਰ ਰਿਕੁਐਸਟ /i bank ਹੈ ਤਾਂ ਇਸ ਸਾਈਡ ਜਾਏਗੀ, ਠੀਕ ਹੈ, ਇਸ ਸਾਈਡ। ਤਾਂ ਇਹਨੂੰ ਅਸੀਂ ਲਿਖ ਦੇਣਾ ਮੈਂ i bank। ਅਗਰ i bank ਦੀ ਰਿਕੁਐਸਟ ਆਏਗੀ ਤਾਂ ਇਸ ਟਾਰਗੇਟ ਗਰੁੱਪ ਤੇ ਜਾਏਗੀ। ਅਗਰ ਸੇਮ ਚੀਜ਼ ਤੁਸੀਂ ਇੱਥੋਂ ਕੁਝ ਚੇਂਜ ਕਰਕੇ ਆਪਾਂ ਕਰਦੇ ਹਾਂ, ਸਿਟੀ ਬੈਂਕ ਦੀ ਸਾਈਡ ਤੇ ਆਉਣਾ ਦੁਆਰਾ ਔਰ ਕਲਿੱਕ ਕਰਦਾ ਮੈਂ ਕ੍ਰੈਡਿਟ ਕਾਰਡ ਦੇ ਉੱਤੇ, ਠੀਕ ਹੈ। ਹੁਣ ਆ ਗਿਆ /credit card, ਠੀਕ ਹੈ, ਕਿ ਅਗਰ ਮਤਲਬ ਕੋਈ ਬਰਾਊਜ਼ਰ ਤੇ ਰਿਕੁਐਸਟ ਆਈ ਵਿਦ /credit card, ਉਹ ਰਿਕੁਐਸਟ ਜਾਵੇ ਇਸ ਸਾਈਡ ਦੇ ਉੱਤੇ, ਠੀਕ ਹੈ। ਹੁਣ ਦੋਨੋਂ ਕਿਸੇ ਹੋਰ ਨੇ, ਜਿਹੜਾ ਵੀ ਇੱਥੇ ਕੋਈ ਹੋਰ ਬੰਦਾ ਆਇਆ, ਉਹਨੇ ਵੀ ਸਿਟੀ ਬੈਂਕ ਦੀ ਸਾਈਡ ਦੇ ਉੱਤੇ ਲੌਗਇਨ ਕੀਤਾ, ਬਟ ਉਹਦਾ ਡਿਫਰੈਂਟ ਲੋਕੇਸ਼ਨ ਤੇ ਜਾ ਰਿਹਾ ਆ, ਠੀਕ ਹੈ, ਬੈਂਕ ਤੇ, ਠੀਕ ਹੈ, /credit card। ਹੁਣ ਇਹ ਜਿਹੜੀਆਂ ਚੀਜ਼ਾਂ ਆ ਜਿਹੜੇ ਬਰਾਊਜ਼ਰ ਦੇ ਵਿੱਚ ਲਿਖਿਆ ਆ, ਇਹਨੂੰ ਕਿੱਦਾਂ ਰੀਡ ਕਰਦੇ, ਕਿਉਂਕਿ ਲੇਅਰ 7 ਆ, ਇਸ ਕਰਕੇ ਰੀਡ ਕਰ ਸਕਦਾ ਮੇਰੇ ਕੋ ਰਿਕੁਐਸਟ ਹੈਡਰ ਦੇ ਵਿੱਚ ਕੀ ਲਿਖਿਆ ਹੋਇਆ, ਠੀਕ ਹੈ। ਉਹ ਇਹ ਵੀ ਦੇਖ ਸਕਦਾ ਕਿਉਂਕਿ ਇਫ ਯੂ ਮਤਲਬ ਮੈਂ ਅਗਰ ਤੁਹਾਨੂੰ ਹੋਰ ਡੀਪ ਦੇ ਵਿੱਚ ਲੈ ਜਾਵਾਂ ਇਹਨੂੰ, ਠੀਕ ਹੈ, ਥੋੜਾ ਹੋਰ ਲੇਅਰ 7 ਪ੍ਰੋਟੋਕੋਲ, ਠੀਕ ਹੈ, ਇੱਥੇ
ਹੁਣ ਤੁਸੀਂ ਇਹਦੇ ਵਿੱਚ ਅਗਰ ਮੈਂ HTTP ਬਾਰੇ ਥੋੜਾ ਨਹੀਂ ਹੈਗਾ, ਮੈਂ ਇੱਥੇ ਇੱਕ ਮਿੰਟ ਲੇਅਰ 7 HTTP ਹੈਡਰਸ ਇਦਾਂ ਕਰਦਾ। ਅਗਰ ਤੁਸੀਂ ਹੋਰ ਇਹਦੇ ਡਿਟੇਲ 'ਚ ਜਾਣਾ ਤਾਂ ਤੁਸੀਂ ਇਹਦੇ ਦੇਖ ਸਕਦੇ ਹੋ ਕਿ ਇਹਦੇ ਵਿੱਚ ਕੀ ਕੀ ਹੋਰ ਹੁੰਦਾ, ਠੀਕ ਹੈ ਨਾ। ਹੁਣ ਜਿਹੜੀ ਹੈਡਰ ਦੇ ਵਿੱਚ ਇਨਫੋਰਮੇਸ਼ਨ ਹੋਏਗੀ, ਜੋ ਵੀ ਜਦੋਂ ਇੱਕ ਬਰਾਊਜ਼ਰ ਤੋਂ ਰਿਕੁਐਸਟ ਆਉਂਦੀ ਆ, ਹੁਣ ਉਸ ਹੈਡਰ ਜਦੋਂ ਤੁਸੀਂ ਰਿਕੁਐਸਟ ਮੈਂ ਇੱਥੋਂ ਭੇਜਦਾ, ਉਹ 'ਚ ਮੇਰਾ ਸੋਰਸ IP ਵੀ ਕਈ ਜਾਂਦਾ ਆ। ਇਹ ਡਿਪੈਂਡ ਕਰਦਾ ਉਹ ਕੀ ਕੀ ਤੁਸੀਂ ਉਹ ਤੋਂ ਰੀਡ ਕਰਾਉਣਾ ਆ ਲੇਅਰ 7 ਦੇ ਉੱਤੇ, ਠੀਕ ਹੈ। ਮੈਂ ਅਗਰ ਇਨ ਡਿਟੇਲਸ ਇੱਥੇ ਕਿਤੇ ਜਿਸ ਤਰ੍ਹਾਂ ਆਇਆ, ਦੇਖੋ ਲੇਅਰ 7 ਦਾ ਜਿਹੜਾ ਲੋਡ ਬੈਲੈਂਸਰ ਹੁੰਦਾ ਨਾ, ਉਹਦੇ ਵਿੱਚ ਤੁਸੀਂ ਹੋਸਟ ਨੇਮ ਪੜ੍ਹ ਸਕਦੇ ਆ, ਠੀਕ ਹੈ। ਰਨ ਰੂਲਸ ਦੈਟ ਕੰਪੈਰੀਜ਼ਨ ਬਿਟਵੀਨ HTTP1 ਹੋਸਟ ਨੇਮ ਰਿਕੁਐਸਟ, ਪਾਥ ਦੇ ਸਕਦੇ ਹਾਂ, ਜਿਹੜਾ ਮੈਂ ਹੁਣੇ ਪਾਥ ਤੁਹਾਨੂੰ ਦਿਖਾਇਆ ਸਲੈਸ਼ ਕਰਕੇ। ਫਾਈਲ ਟਾਈਪ ਹੋਵੇ ਕੋਈ, ਹੈਡਰ ਹੋਵੇ, ਦ ਰੂਲ ਬੁੱਕ ਆਫ ਹੈਡਰ ਡਿਫਾਈਨ ਦ ਕੀ ਪੈਰਾਮੀਟਰ ਕੰਪੇਅਰਸ ਇਟ ਵਿਦ ਦ ਵੈਲਿਊ, ਠੀਕ ਹੈ। ਫਿਰ ਉਹਦੇ ਵਿੱਚ ਕੁਕੀਜ਼ ਬਾਰੇ, ਤੇ ਇਹ ਸਾਰੀਆਂ ਚੀਜ਼ਾਂ ਤੁਹਾਡੇ L7 ਲੋਡ ਬੈਲੈਂਸਰ ਦੇ ਵਿੱਚ ਹੀ ਪੋਸੀਬਲ ਆ ਨਾ, ਔਰ ਕਿਸੇ ਲੋਡ ਬੈਲੈਂਸਰ ਵਿੱਚ ਪੋਸੀਬਲ ਨਹੀਂ ਹੈ, ਮਤਲਬ ਨੈਟਵਰਕ ਲੋਡ ਬੈਲੈਂਸਰ ਦੇ ਵਿੱਚ ਪੋਸੀਬਲ ਨਹੀਂ ਆ, ਠੀਕ ਹੈ। ਇਸ ਕਰਕੇ ਇਨ ਕੰਡੀਸ਼ਨਸ ਦੇ ਉੱਤੇ ਅਸੀਂ ਯੂਜ਼ ਕਰਦੇ ਆ ਆਪਣਾ ਨੈਟਵਰਕ ਲੋਡ ਬੈਲੈਂਸਰ, ਐਪਲੀਕੇਸ਼ਨ ਲੋਡ ਬੈਲੈਂਸਰ, ਠੀਕ ਹੈ। ਨਾਓ ਲੈਟਸ come to the point and start AWS. Let me change. Okay. Ireland. ਓਕੇ, ਮੈਂ ਨਾਰਥ ਵਰਜੀਨੀਆ ਵਿੱਚ ਆਇਆ, ਆਲਰੇਡੀ ਮੇਰੇ ਕੋਲ 2 ਐਪਲੀਕੇਸ਼ਨ ਸਰਵਰਸ ਚੱਲ ਰਹੇ ਆ, ਠੀਕ ਹੈ। ਆ ਵੈਬ ਸਰਵਰਸ ਲਾਈਨਕਸ ਤੇ ਵੈਬ ਸਰਵਰ 2, ਮੈਂ ਇਹਨਾਂ ਨੂੰ ਸਟਾਰਟ ਕਰਦਾ। ਅਸੀਂ ਸੇਮ ਵੈਬ ਸਰਵਰ ਯੂਜ਼ ਕਰ ਸਕਦੇ ਇਨ ਬੈਕਐਂਡ ਐਸ ਵੈਲ, ਠੀਕ ਹੈ। ਜਦ ਤੱਕ ਇਹ ਸਟਾਰਟ ਹੁੰਦਾ ਸੀ ਐਪਲੀਕੇਸ਼ਨ ਲੋਡ ਬੈਲੈਂਸਰ ਰੈਡੀ ਕਰ ਲੈਂਦੇ ਆ। ਨੈਟਵਰਕ ਲੋਡ ਬੈਲੈਂਸ ਆਲਰੇਡੀ ਹੈ, ਮੈਨੂੰ ਨਹੀਂ ਚਾਹੀਦਾ, ਲੈਟ ਮੀ ਡਿਲੀਟ ਇਟ। ਇਸ ਤੋਂ ਪਹਿਲਾਂ ਟਾਰਗੇਟ ਗਰੁੱਪ ਡਿਲੀਟ ਕਰਨਾ ਪਏਗਾ ਮੈਨੂੰ। ਇਹ ਜਿਸ ਤਰ੍ਹਾਂ ਮੇਰੇ ਤੋਂ ਚੱਲਦਾ ਰਹਿ ਗਿਆ, ਡੋਂਟ ਡੂ ਦਿਸ ਥਿੰਗ, ਕਿਉਂਕਿ ਅਨਨੈਸੈਸਰੀ ਬਿੱਲ ਆਏਗਾ। ਇਹ ਕੀ ਕਹਿ ਰਿਹਾ, cannot be because deletion protection is enabled। ਓਕੇ, ਲਾਸਟ ਟਾਈਮ ਮੈਂ deletion protection ਐਟਰੀਬਿਊਟ 'ਚ ਜਾਓ, ਤੁਸੀਂ ਇੱਥੇ ਅਨੇਬਲ ਕਰ ਸਕਦੇ, ਅਨੇਬਲ ਅਗਰ deletion protection ਅਨੇਬਲ ਹੈ ਤਾਂ ਡਿਲੀਟ ਨਹੀਂ ਹੋਏਗਾ, ਇਹਨੂੰ ਉਹ ਕਰਨਾ ਪੈਂਦਾ ਚੈੱਕ, ਫਿਰ ਇਹਨੂੰ ਅਸੀਂ ਡਿਲੀਟ ਕਰ ਸਕਦੇ ਹਾਂ। ਹੋ ਗਿਆ। ਹੁਣ ਮੈਂ ਟਾਰਗੇਟ ਗਰੁੱਪ ਬਣਾ ਰਿਹਾ ਇੱਕ, ਠੀਕ ਹੈ। create instances, ठीक है। target group name my application load balancer। तो प्रोटोकॉल ਤੁਹਾਨੂੰ ਪਤਾ ਹੈ ਲੇਅਰ 7 ਦੇ ਉੱਤੇ ਕਿਹੜਾ ਯੂਜ਼ ਕਰਦਾ, HTTP ਔਰ HTTPS, ਠੀਕ ਹੈ। ਤਾਂ ਅਸੀਂ ਇਹਨਾਂ ਚੋਂ ਇੱਕ ਨੂੰ ਯੂਜ਼ ਕਰਾਂਗੇ। ਪ੍ਰੋਟੋਕੋਲ ਵਰਸ਼ਨ ਇਹ ਹੁਣ HTTP1 ਵੀ ਸਪੋਰਟ ਕਰਦਾ, ਬਹੁਤ ਸਾਰੀ ਵੈਬਸਾਈਟ ਹੁਣ HTTP2 ਸਪੋਰਟ ਕਰਦੇ, ਨਵੇਂ ਵਰਸ਼ਨ ਦੇ ਉੱਤੇ ਕੁਝ GRC ਕਰਦੇ ਆ, ਤਾਂ ਤੁਸੀਂ ਵਰਸ਼ਨ ਮੈਂ HTTP1 ਨਹੀਂ ਦੇ ਰਿਹਾ। ਹੁਣ ਇੱਥੇ ਹੈਲਥ ਚੈੱਕ, ਹੁਣ ਡਿਪੈਂਡ ਕਰਦਾ ਤੁਹਾਡਾ ਲੋਡ ਬੈਲੈਂਸਰ ਕਿੱਦਾਂ। ਮੈਂ ਤੁਹਾਨੂੰ ਪਹਿਲਾਂ ਬੇਸਿਕ ਕਰਕੇ ਦਿਖਾ ਦਿੰਦਾ, index.html ਜਿਵੇਂ ਕਿ ਅਸੀਂ ਪਹਿਲਾਂ ਵੀ ਕੀਤਾ ਸੀਗਾ।
ਤਾਂ ਇੱਥੇ ਅਸੀਂ ਕਰਤਾ ਤਾਂ ਹੈਲਥੀ ਥ੍ਰੈਸ਼ਹੋਲਡ ਵਾਸਤੇ 3 ਵਾਰੀ ਉਹ ਚੈੱਕ ਕਰੇਗਾ, ਅਨਹੈਲਥੀ 2 ਵਾਰੀ, ਟਾਈਮ ਆਊਟ 5 ਸੈਕਿੰਡ, ਇੰਟਰਵਲ ਮੈਂ ਇੱਥੇ ਦੇ ਦਿੱਤਾ 7 ਸੈਕਿੰਡ ਤਾਂ ਕਿ ਸਾਡਾ ਜਲਦੀ ਜਲਦੀ ਟੈਸਟਿੰਗ ਹੋ ਜਾਏ। ਨੈਕਸਟ ਆ ਦੋਨੋਂ ਮਸ਼ੀਨਸ ਰਨਿੰਗ ਆ, ਮੈਂ ਇਹਦੇ ਵਿੱਚ ਇਨਕਲੂਡ ਕਰ ਦਿੰਦਾ ਐਂਡ ਕ੍ਰੀਏਟ ਟਾਰਗੇਟ ਗਰੁੱਪ। ਤਾਂ ਮੇਰਾ ਟਾਰਗੇਟ ਗਰੁੱਪ ਰੈਡੀ ਹੋ ਗਿਆ। ਹੁਣ ਮੈਂ ਇੱਕ ਲੋਡ ਬੈਲੈਂਸਰ ਰੈਡੀ ਕਰ ਲੈਣਾ, ਐਪਲੀਕੇਸ਼ਨ ਲੋਡ ਬੈਲੈਂਸਰ ਕ੍ਰੀਏਟ my ALB ਇੰਟਰਨੈਟ ਫੇਸਿੰਗ। ਕਿੱਥੇ ਕਿੱਥੇ ਇਹ ਯੂਜ਼ ਹੋਏਗਾ, ਉਹਦੇ ਬੈਸਟ ਵੇ ਹੈਗਾ ਅਸੀਂ ਉਹਨੂੰ ਆਪਣੇ EC2 ਇੰਸਟੈਂਸਸ ਦੇ ਵਿੱਚ ਦੇਖ ਲੈਂਦੇ ਆ ਕਿੱਥੇ, ਕਿਉਂਕਿ ਜਿੱਥੇ ਮੇਰਾ EC2 ਇੰਸਟੈਂਸ ਹੋਏਗਾ ਡੈਫੀਨੇਟਲੀ ਮੈਨੂੰ ਆਪਣਾ ਲੋਡ ਬੈਲੈਂਸਰ ਉੱਥੇ ਅਨੇਬਲ ਕਰਕੇ ਰੱਖਣਾ ਪਏਗਾ। ਤੇ ਆਪਾਂ ਇੰਸਟੈਂਸਸ ਦੇ ਵਿੱਚ ਜਾਂਦੇ ਆ, ਦੇਖਦੇ ਆ ਦੋਨੋਂ ਮੇਰੇ ਇੰਸਟੈਂਸਸ 1B ਦੇ ਵਿੱਚ ਰਨ ਕਰ ਰਹੇ ਆ, ਨੋ ਪ੍ਰੋਬਲਮ। ਮੈਂ ਇੱਥੇ 1A ਤੇ 1B ਨੂੰ ਅਨੇਬਲ ਕਰ ਦੇਣਾ ਕਿ ਮੇਰਾ ਜਿਹੜਾ ਇਹ ਲੋਡ ਬੈਲੈਂਸਰ ਹੈ ਇਹ ਦੋਨੋਂ ਅਵੇਲੇਬਿਲਿਟੀ ਜ਼ੋਨ ਵਾਸਤੇ ਕੰਮ ਕਰੇਗਾ। ਠੀਕ ਹੈ, ਇੱਥੇ ਪ੍ਰੋਟੋਕਾਲ ਕਿਹੜਾ ਹੋਏਗਾ ਤੇ ਕਿਹੜੇ ਟਾਰਗੇਟ ਗਰੁੱਪ ਤੇ ਜਾਏਗਾ, ਜਿਹੜਾ ਟਾਰਗੇਟ ਗਰੁੱਪ ਅਸੀਂ ਬਣਾਇਆ ਅਸੀਂ ਐਡ ਕਰ ਦਿੱਤਾ। ਇਹ ਵੈਰੀ ਸਿੰਪਲ ਵੇ ਨਾਲ ਮੈਂ ਲੋਡ ਬੈਲੈਂਸਰ ਬਣਾ ਰਿਹਾ, ਫਿਰ ਮੈਂ ਤੁਹਾਨੂੰ ਪਾਥ ਦਾ ਸਮਝਾਏਗਾ। ਠੀਕ ਹੈ, ਆਹ ਲੋਡ ਬੈਲੈਂਸਰ ਰੈਡੀ ਹੋ ਗਿਆ। ਹੁਣ ਦੂਸਰੇ ਪਾਸੇ ਅਸੀਂ ਟਾਰਗੇਟ ਗਰੁੱਪ ਚੈੱਕ ਕਰ ਲਈਏ। ਟਾਰਗੇਟ ਗਰੁੱਪ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਪਾਰਟਿਕੂਲਰ ਜਿਹੜੇ ਦੋਨੋਂ ਨੋਡਸ ਅਸੀਂ ਇੱਥੇ ਦਿੱਤੇ ਆ ਉਹ ਇਨੀਸ਼ੀਅਲ ਸਟੇਜ ਤੇ ਆ ਗਏ ਆ, ਹੁਣ ਇਹ ਹੈਲਥੀ ਸਟੇਟ ਦੇ ਵਿੱਚ ਆਉਗੇ ਥੋੜਾ ਟਾਈਮ ਲੈ ਕੇ। ਤਾਂ ਮੇਨ ਟਾਈਮ ਮੈਂ ਕੀ ਕਰ ਸਕਦਾ, ਅਗਰ ਇਹ ਜਦ ਤੱਕ ਹੋ ਰਿਹਾ ਮੈਂ ਇਹਨਾਂ ਦੋਨੋਂ ਸਰਵਿਸ ਤੇ ਲੌਗਇਨ ਕਰਕੇ ਇਹਨਾਂ ਨੂੰ ਉਸੇ ਹਿਸਾਬ ਨਾਲ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਸਾਨੂੰ ਸਿਟੀ ਬੈਂਕ ਨੂੰ ਜਿੱਦਾਂ ਅਸੀਂ ਸੋਚਿਆ ਸੀਗਾ। CH mode ਓਕੇ। ਤਾਂ ਮੈਂ ਇੱਕ ਫੋਲਡਰ ਬਣਾ ਦਿੰਦਾ mkdir www.html, ਇਹਦੇ ਅੰਦਰ ਮੇਰੀ index.html ਫਾਈਲ ਪਈ ਹੈ ਜਿਹਨੂੰ ਬਾਈ ਡਿਫਾਲਟ ਰੀਡ ਕਰਦਾ। ਹੁਣ ਮੇਰੀ ਜਗ੍ਹਾ ਇੱਕ ਫੋਲਡਰ ਬਣਾਉਣਾ, ਇੱਥੇ ਇੱਕ en ਫੋਲਡਰ ਬਣਾ ਦੇਣਾ, ਇੱਕ ਇੱਥੇ es ਫੋਲਡਰ ਬਣਾ ਦੇਣਾ। ਠੀਕ ਹੈ, ਇੱਕ ਫੋਲਡਰ ਦੇ ਅੰਦਰ ਮੈਂ ਫਾਈਲ ਬਣਾ ਦਿੰਦਾ ਨਵੀਂ ਓਕੇ index.html hello how are you। ਠੀਕ ਹੈ, ਮਤਲਬ ਇੱਕ ਸਿੰਪਲ ਤੁਹਾਨੂੰ ਉਹੀ ਪਾਥ ਦਾ ਮੈਂ ਦਿਖਾਣਾ ਚਾਹੁੰਦਾ। ਦੂਸਰੇ ਮੈਂ en ਦੇ ਵਿੱਚ ਲਿਖ ਦੇਣਾ ਚੇਂਜ ਕਰਕੇ hello it's in English language। ਪਿਛਲੇ ਵਾਲੇ ਦੇ ਵਿੱਚ ਚੇਂਜ ਕਰਕੇ ਮੈਂ ਇੱਥੇ ਲਿਖ ਦੇਣਾ it's in Spanish language। ਜਿਸ ਤਰ੍ਹਾਂ ਸਾਈਟਸ ਹੁੰਦੀਆਂ ਨਾ ਕਿ ਅਗਰ ਤੁਸੀਂ ਸਪੈਨਿਸ਼ ਦੇ ਵਿੱਚ ਖੋਲਣਾ ਚਾਹੁੰਦੇ ਹੋ ਜਾਂ ਉਹਦੇ ਵਿੱਚ it's in Spanish language। ਚਲੋ ਪਹਿਲਾਂ ਇਹ ਦੋ ਬਣਾਤੀਆਂ, ਮੈਂ ਇਹਨਾਂ ਦਾ ਬਰਾਊਜ਼ਰ ਤੋਂ ਵੀ ਚੈੱਕ ਕਰਕੇ ਦੇਖ ਲੈਣਾ। ਓਕੇ ਨਹੀਂ ਹੋਲਡ ਕਰੋ ਇੱਕ ਮਿੰਟ। text.html ਇੱਥੇ ਮੈਨੂੰ ਕਰਨਾ ਪੈਣਾ it's in Spanish language, ਜੋ ਵੀ ਹੈ। ਚਲੋ ਸਪੈਲਿੰਗ ਨੂੰ ਛੱਡੋ, ਦੂਸਰੇ ਮਸ਼ੀਨ ਦੇ ਵਿੱਚ ਲੌਗਇਨ ਕਰਦਾ ਹੁਣ ਮੈਂ। Linux connect copy
ਓਕੇ sudo hyphen I ਇੱਥੇ ਮੈਂ ਸਿੰਪਲ ਲਿਖ ਦਿੰਦਾ ਇਟਸ ਇਨ ਇੰਗਲਿਸ਼ ਲੈਂਗੁਏਜ ਸਿਰਫ ਚੇਂਜ ਕਰਨ ਵਾਸਤੇ। ਓਕੇ ਹੁਣ ਆਪਣਾ ਲੋਡ ਬੈਲੈਂਸ ਦੇ ਉੱਤੇ ਆਉਂਦੇ ਹਾਂ ਵਾਪਸ। ਠੀਕ ਹੈ, अब मेरा नेटवर्क लोड बैलेंसर बन गया। टारगेट ग्रुप ਦੇ ਵਿੱਚ ਦੇਖੋ ਬਾਈ ਡਿਫਾਲਟ ਕੀ ਹੈ, ਹੈਲਥੀ ਇਹ ਦੋਨੋਂ ਹੈ। ਠੀਕ ਹੈ, ਹਜੇ ਮੇਰਾ ਇੱਕੋ ਹੀ ਟਾਰਗੇਟ ਗਰੁੱਪ ਹੈ, ਤਾਂ ਮੈਂ ਆਪਣੇ ਐਪਲੀਕੇਸ਼ਨ ਲੋਡ ਬੈਲੈਂਸਰ ਨੂੰ ਬਰਾਊਜ਼ਰ 'ਚ ਲਿਖਦਾ, ਟਰਾਈ ਕਰਦਾ, ਲੈਟਸ ਸੀ ਕੀ ਆਂਦਾ। ਓਕੇ ਕਿਉਂ ਨਹੀਂ ਚੱਲ ਰਿਹਾ ਮੈਂ ਦੱਸਦਾ, ਕਿਉਂਕਿ ਲੋਡ ਬੈਲੈਂਸਰ ਵਿੱਚ ਮੈਂ ਜੋ ਸਿਕਿਉਰਿਟੀ ਗਰੁੱਪ ਦਿੱਤਾ ਹੋਣਾ ਇੱਥੇ, ਉਹਦੇ ਵਿੱਚ ਪਾਰਟਿਕੂਲਰ ਇਹ ਪੋਰਟ ਅਨੇਬਲ ਨਹੀਂ ਹੋਣੀ। ਆ ਦੇਖੋ ਮੈਂ ਇੱਥੇ ਐਡਿਟ ਕਰਦਾ ਸਿਕਿਉਰਿਟੀ ਗਰੁੱਪ, ਔਰ ਇੱਥੇ ਆਪਣਾ ਉਹ ਸਿਕਿਉਰਿਟੀ ਗਰੁੱਪ ਨਾਲ ਦੇ ਦਿੰਦਾ ਜਿੱਥੇ ਸਭ ਕੁਝ ਅਨੇਬਲਡ ਆ। ਐਡ ਕਰਨਾ ਪਹਿਲਾਂ, ਲੈਟ ਮੀ ਟਰਾਈ ਨਾਓ। ਦੇਖੋ ਹੁਣ ਚੱਲ ਗਿਆ, ਕਿਉਂਕਿ ਉਹ ਪੋਰਟ ਈਟੀ ਅਲਾਉਡ ਨਹੀਂ ਹੈ। ਦੇਖੋ ਪਹਿਲਾਂ ਆ ਗਿਆ ਹੈਲੋ ਸੈਕੰਡ ਸਰਵਰ, ਇਟਸ ਸਪੈਨਿਸ਼ ਲੈਂਗੁਏਜ, ਮੈਂ ਰੀਫਰੈਸ਼ ਕੀਤਾ, ਇਟਸ ਇੰਗਲਿਸ਼, ਉਹ ਦੋਨੋਂ ਚੱਲਦੇ ਰਹੇ। ਠੀਕ ਹੈ, ਵੈਰੀ ਬੇਸਿਕ ਵੇ ਨਾਲ ਜਿੱਦਾਂ ਲੋਡ ਬੈਲੈਂਸਰ ਵਰਕ ਕਰਦਾ। ਹੁਣ ਜਿਹੜਾ ਇਹਦੀ ਹੋਰ ਫੰਕਸ਼ਨੈਲਿਟੀਜ਼ ਆ, ਲੈਟਸ ਵਰਕ ਔਨ ਦੈਟ। ਮੈਂ ਲਿਸਨਰ ਦੇ ਵਿੱਚ ਜਾਓ, ਤੁਸੀਂ ਦੇਖੋ ਬਾਈ ਡਿਫਾਲਟ ਉਹ ਕੀ ਕਹਿ ਰਿਹਾ, ਅਗਰ ਰਿਕੁਐਸਟ ਤੁਹਾਨੂੰ ਪੋਰਟ ਨੰਬਰ 80 ਤੇ ਆ ਰਹੀ ਹੈ ਇੱਥੇ, ਠੀਕ ਹੈ, ਪੋਰਟ ਨੰਬਰ 80 ਤੇ ਲੋਡ ਬੈਲੈਂਸਰ ਤੇ ਆ ਰਹੀ ਹੈ, ਉਹ ਕਿੱਥੇ ਜਾਏਗੀ, ਮਾਈ ALB ਦੇ ਵਿੱਚ ਜਾਏਗੀ। ਮਾਈ ALB ਜਿਹੜਾ ਕਰਕੇ ਅਸੀਂ ਆ ਬਣਾਇਆ ਆ ਟਾਰਗੇਟ ਗਰੁੱਪ। ਠੀਕ ਹੈ, ਆਈ ਬੈਂਕ ਦੀ ਜਗ੍ਹਾ ਮੈਂ ਇੱਥੇ ਕਰਦਾ ਮਾਈ ALB, ਇੱਥੇ ਉਹ ਜਾ ਰਹੀ ਆ। ਠੀਕ ਹੈ, ਰਿਕੁਐਸਟ ਤੇ ਆ ਸਰਵਰ ਦੇ ਉੱਤੇ ਜੋ ਵੀ ਹੈਗਾ ਉਹ ਪ੍ਰੈਜ਼ੈਂਟ ਕਰ ਰਿਹਾ, ਵੈਰੀ ਬੇਸਿਕ ਵੇ। ਠੀਕ ਹੈ, ਹੁਣ ਇੱਥੇ ਅਸੀਂ ਨਵੇਂ ਰੂਲਸ ਐਡ ਕਰਦੇ ਹਾਂ। ਠੀਕ ਹੈ, ਲੈਟਸ ਸੀ ਵਿਊ ਐਂਡ ਐਡਿਟ ਰੂਲਸ। ਇੱਥੇ ਅਗਰ ਪਲੱਸ ਦੇ ਉੱਤੇ ਕਲਿੱਕ ਕਰੋਗੇ ਤੁਸੀਂ, ਪਲੱਸ ਸਾਈਨ, ਤਾਂ ਇੱਥੇ ਇਨਸਰਟ ਰੂਲ ਕਰੋ। ਇਨਸਰਟ ਰੂਲ ਦੇ ਵਿੱਚ ਤੁਸੀਂ ਇੱਥੇ ਬਹੁਤ ਇਹ ਆਪਸ਼ਨਸ ਆਉਂਦੀਆਂ, ਜਿੱਦਾਂ ਸੋਰਸ ਆਈਪੀ ਦੇ ਥਰੂ ਕੋਈ ਕਰਨਾ, ਕਿ ਇਸ ਆਈਪੀ ਤੋਂ ਰਿਕੁਐਸਟ ਆਵੇ ਤਾਂ ਆ ਇੱਧਰ ਜਾਣੀ ਚਾਹੀਦੀ ਹੈ, ਉਹ ਵੀ ਤੁਸੀਂ ਕਰ ਸਕਦੇ ਆ। ਅਗਰ ਇਸ ਆਈਪੀ ਦੀ ਜਗ੍ਹਾ ਤੁਸੀਂ ਹੁਣ ਪਾਥ ਦਿੰਦੇ ਆ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਅਸੀਂ ਗੱਲ ਕਰ ਰਹੇ ਸੀ ਪਾਥ, ਮੈਂ ਦਿੱਤਾ ਸਲੈਸ਼, ਚਲ ਮੈਂ ਇੱਦਾਂ ਹੀ ਲੈ ਲੈਣਾ ਜਿੱਦਾਂ ਅਸੀਂ ਪਹਿਲਾਂ ਸੋਚਿਆ ਸੀ, ਸਲੈਸ਼ ਆਈ ਬੈਂਕ, ਤਾਂ ਇਹ ਜਾਵੇ। ਠੀਕ ਹੈ, ਫਾਰਵਰਡ ਟੂ ਕਿਹੜੇ ਸਿਕਿਉਰਿਟੀ ਗਰੁੱਪ ਤੇ, ਮੇਰੇ ਇਸ ਸਿਕਿਉਰਿਟੀ ਗਰੁੱਪ 'ਚ ਚਲਾ ਜਾਏ। ਠੀਕ ਹੈ, ਸੇਵ ਕਰਤਾ। ਹੁਣ ਮੈਂ ਇੱਕ ਨਵਾਂ ਟਾਰਗੇਟ ਗਰੁੱਪ, ਮੈਂ ਇੱਕ ਨਵਾਂ ਟਾਰਗੇਟ ਗਰੁੱਪ ਬਣਾਉਣਾ। ਹੁਣ ਇਹਦਾ ਨਾਮ ਅਗਰ ਚੇਂਜ ਨਹੀਂ ਕਰ ਸਕਦਾ ਤਾਂ ਮੈਂ ਇੱਕ ਹੋਰ ਬਣਾਉਣਾ ਇਦਾਂ, ਟਾਰਗੇਟ ਗਰੁੱਪ ਨੇਮ ਇਦਾਂ ਕਰ ਦੇਣਾ ਇੰਗਲਿਸ਼ ਲੈਂਗੁਏਜ। ਇੰਗਲਿਸ਼ ਲੈਂਗੁਏਜ ਟਾਰਗੇਟ ਗਰੁੱਪ ਦਾ ਨੇਮ। ਠੀਕ ਹੈ, ਇੱਥੇ ਜੇ ਹੋਊਗਾ /en, ਚੈੱਕ ਕਰੂਗਾ ਉਹਦੇ ਵਿੱਚ, ਚਾਹੇ ਇੱਥੇ ਵੀ index.html ਲਿਖ ਦਿੰਦੇ ਆ, doesn't matter. Okay, let me try. ਠੀਕ ਹੈ, ਕਿਹੜਾ ਇੱਕ ਨੋਡ ਅਸੀਂ ਐਡ ਕਰ ਦਿੰਦੇ ਹਾਂ ਜਿਹੜਾ ਅਸੀਂ ਲੈ ਕੇ ਜਾਣਾ ਹੈ ਇੰਗਲਿਸ਼ ਲੈਂਗੁਏਜ, ਲਾਈਨਕਸ ਸੀਗਾ ਜਾਂ 52 ਇੰਗਲਿਸ਼ ਲੈਂਗੁਏਜ।
ਇੱਕ ਨੋਡ ਨੂੰ ਮੈਂ ਇਹਦੇ ਵਿੱਚ ਨਵੇਂ ਗਰੁੱਪ ਦੇ ਵਿੱਚ ਐਡ ਕੀਤਾ, ਨਵਾਂ ਟਾਰਗੇਟ ਗਰੁੱਪ ਬਣਾ ਲਿਆ। ਹੁਣ ਇੱਕ ਟਾਰਗੇਟ ਗਰੁੱਪ ਨਵਾਂ ਬਣਾਇਆ, ਠੀਕ ਹੈ, ਇੰਗਲਿਸ਼ ਲੈਂਗੁਏਜ, ਉਹਦੇ ਅੰਦਰ ਇੱਕ ਵੈਬ ਸਰਵਰ ਆ ਫਿਲਹਾਲ, ਮਤਲਬ ਉਹ ਚ ਡੈਫੀਨੇਟਲੀ ਇਦਾਂ ਮਲਟੀਪਲ ਹੋਣੇ ਚਾਹੀਦੇ ਆ, ਲੇਕਿਨ ਮੈਂ ਇੱਕ ਇੱਥੇ ਬਣਾ ਲਿਆ ਇੰਗਲਿਸ਼, ਠੀਕ ਹੈ। ਇੱਕ ਮੈਂ ਇੱਥੇ ਬਣਾ ਲੈਣਾ ਸਪੈਨਿਸ਼, ਕਿ ਅਗਰ ਕਿਸੇ ਨੇ ਸਪੈਨਿਸ਼ ਚ ਦੇਖ ਰਿਹਾ ਤਾਂ ਉਹ ਸਪੈਨਿਸ਼ ਦੇ ਟਾਰਗੇਟ ਗਰੁੱਪ ਚ ਜਾਵੇ। ਤਾਂ ਮੈਂ ਇੱਕ ਨਵਾਂ ਟਾਰਗੇਟ ਗਰੁੱਪ ਬਣਾਉਣਾ ਸਪੈਨਿਸ਼, ਸਪੈਨਿਸ਼ index.html, ਵੈਬ ਸਰਵਰ 2 ਐਂਡ ਇੱਕ ਹੋਰ ਕ੍ਰੀਏਟ ਕਰਦਾ। ਤਾਂ ਦੋ ਟਾਰਗੇਟ ਗਰੁੱਪ ਕ੍ਰੀਏਟ ਕਰ ਦਿੱਤੇ। ਹੁਣ ਇੱਥੇ ਮੈਂ ਰੂਲਸ ਦੇ ਵਿੱਚ ਆਉਣਾ, ਇੱਥੇ ਜਦੋਂ ਮੈਂ ਲਿਖਦਾ /en ਮਤਲਬ ਇੰਗਲਿਸ਼ ਹੋਵੇ, ਤਾਂ ਮੇਰਾ ਇੱਥੇ ਕਿੱਥੇ ਜਾਣਾ ਚਾਹੀਦਾ ਰਿਕੁਐਸਟ, ਉਹ ਜਾਵੇ ਫਾਰਵਰਡ ਟੂ ਓਕੇ, ਲੈਟ ਮੀ ਸਟਾਰਟ ਅਗੇਨ। ਹੁੰਦਾ ਕੀ ਆ, ਉਹ ਅਸੀਂ ਬਾਅਦ ਚ ਬਣਾਇਆ ਤਾਂ ਉਹ ਦਿਖਾਈ ਨਹੀਂ ਦਿੰਦਾ ਕਈ ਵਾਰ ਇੱਥੇ। ਹੁਣ ਮੈਂ ਇੱਥੇ ਪਾ ਦਿੱਤਾ ਸਲੈਸ਼, ਮੈਨੂੰ ਇੰਗਲਿਸ਼ ਲੈਂਗੁਏਜ ਚਾਹੀਦੀ ਹੈ, en ਐਡ ਐਕਸ਼ਨ ਫਾਰਵਰਡ ਟੂ, ਇੱਥੇ ਮੈਂ ਇੰਗਲਿਸ਼ ਲੈਂਗੁਏਜ ਚ ਜਾਏਗਾ, ਠੀਕ ਹੈ। ਇਹ ਮੈਂ ਰੂਲ ਬਣਾਤਾ ਇੱਕ, ਠੀਕ ਹੈ। फिर मैं एक और कंडीशन लगा देना, इंसर्ट नवा रूल, एक नवा रूल होर इंसर्ट कर देना, अगर पाथ दे विच मेरे होवे /es स्पेनिश, ठीक है, तो फिर कितने जावे, वो फॉरवर्ड टू स्पेनिश वाल नू चला जाए, स्पेनिश टारगेट ग्रुप च चला जाए, ठीक है। सेव कर दियो। हुण तुसी इस रूल नू ध्यान नाल देखो, ਇਹ ਕਿੱਥੇ ਜਾ ਰਿਹਾ, ਅਗਰ ਤੁਸੀਂ ES ਕੀਤਾ ਤਾਂ ਸਪੈਨਿਸ਼ ਗਰੁੱਪ 'ਚ ਜਾ ਰਿਹਾ, ਟਾਰਗੇਟ ਗਰੁੱਪ 'ਚ, ਔਰ ਅਗਰ EN ਦਿੱਤਾ ਇੰਗਲਿਸ਼ ਟਾਰਗੇਟ ਗਰੁੱਪ 'ਚ ਜਾ ਰਿਹਾ। ਹੁਣ ਮੈਂ ਆਪਣਾ ਲੋਡ ਬੈਲੈਂਸਰ ਓਪਨ ਕਰਦਾ, ਮੈਂ ਇੱਥੇ /ES ਦਿੰਦਾ ਪਿੱਛੇ, ਲੈਟਸ ਸੀ ਕੀ ਹੁੰਦਾ। ਹਜੇ ਵੇਟ ਵੀ ਕਰ ਸਕਦੇ ਆ, ਕਿਉਂਕਿ ਆਹ ਦੋਨੋਂ ਇੰਗਲਿਸ਼ ਔਰ ਸਪੈਨਿਸ਼ ਦੇ ਵਿੱਚ ਜਾ ਕੇ ਦੇਖੋ ਉਹ ਚੱਲ ਰਿਹਾ ਜਾਂ ਨਹੀਂ, ਅਨਯੂਜ਼ਡ ਆ ਰਿਹਾ ਹਜੇ, ठीक है। वेट करो थोड़ी देर। हेल्थी हो गया। हम दूसरा टारगेट ग्रुप भी चेक करते हैं, स्पेनिश वाला भी, ये भी हेल्थी है। हुण असीं इत्थे ट्राई करो, आ देखो मैं इत्थे ES दिता /ES हेलो इट्स स्पेनिश लैंग्वेज आ गया, क्योंकि मैं ये कित्थे ऐड किया सीगा सर्वर दे विच, आ देखो दूसरे सर्वर दे विच भी mkdir इट्स इंग्लिश लैंग्वेज, जो भी तुसीं लिखते हो। ਹੁਣ ਦੇਖੋ ਇੱਥੇ ਮੈਂ /ES ਪਾਇਆ, ਦੂਸਰੀ ਵਾਰ ਇੱਥੇ ਮੈਂ /EN ਪਾਣਾ, ਤਾਂ ਉਹ ਕਿੱਥੇ ਜਾ ਰਿਹਾ ਇੰਗਲਿਸ਼। ਅਗਰ ਰੀਫਰੈਸ਼ ਵੀ ਕਰੂੰਗਾ ਤਾਂ ਉੱਥੇ ਹੀ ਰਹੇਗਾ। ਹੁਣ ਤੁਸੀਂ ਇਹ ਅੰਡਰਸਟੈਂਡ ਕਰੋ ਕਿ ਮੈਂ ਐਗਜ਼ੈਕਟਲੀ ਕੀ ਕੀਤਾ, ਅੰਡਰਸਟੈਂਡ ਕਰੋ। ਇਹਨੂੰ ਮੈਂ ਕਾਪੀ ਕਰਦਾ ਸਾਰੇ ਨੂੰ, ठीक है। मैं आ सारियां चीज़ां चुक देना। ਇੱਥੇ ਤੁਹਾਡਾ ਇੱਕ ਆ ਵੈਬ ਸਰਵਰ ਸੀਗਾ ਮੇਰਾ, ਐਗਜ਼ੈਕਟਲੀ ਸੇਮ ਮੈਂ ਬਣਾ ਰਿਹਾ ਜੋ ਅਸੀਂ ਕੀਤਾ ਹੋਇਆ। ਆ ਵੀ ਇੱਕ ਮੇਰਾ ਵੈਬ ਸਰਵਰ ਇੱਥੇ। ਹੁਣ
ਜਦੋਂ ਮੈਂ ਇੱਥੇ ਇੰਗਲਿਸ਼ ਕੀਤਾ ਉਹ ਇਸ ਟਾਰਗੇਟ ਗਰੁੱਪ ਵੱਲ ਨੂੰ ਆ ਰਿਹਾ, ਇਸ ਟਾਰਗੇਟ ਗਰੁੱਪ 'ਚ ਜਿਹਦਾ ਨਾਮ ਮੈਂ ਇੰਗਲਿਸ਼ ਦਿੱਤਾ। ਜਦੋਂ ਮੈਂ /es ਦਿੰਦਾ ਇੱਥੇ, ਠੀਕ ਹੈ, /es, ਤਾਂ ਇਹ ਸਮਝ ਲਓ /es ਦੀ ਰਿਕੁਐਸਟ ਆਏਗੀ ਤਾਂ ਸਪੈਨਿਸ਼ ਵੱਲ ਨੂੰ ਆ ਜਾਏਗਾ। ਜੇ ਇੱਥੇ ਬਰਾਊਜ਼ਰ ਦੇ ਵਿੱਚ ਕੋਈ ਵੀ ਉਹ ਦੇਗਾ /en ਇੰਗਲਿਸ਼, ਤਾਂ ਇੰਗਲਿਸ਼ ਵਾਲੇ ਪਾਸੇ ਟਾਰਗੇਟ ਗਰੁੱਪ ਵਾਲੇ ਪਾਸੇ ਜਾਏਗੀ, ਤਾਂ ਉਹਦਾ ਹੀ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ। ਠੀਕ ਹੈ, ਦੇਖੋ ਹੁਣ ਇੱਥੇ ਸਪੈਨਿਸ਼ ਤੇ ਰੀਫਰੈਸ਼ ਕਰੀ ਜਾਓ, ਉਹ ਸਪੈਨਿਸ਼ ਵਾਲੇ ਤੇ ਹੀ ਜਾ ਰਿਹਾ /es ਤੇ। ਕਲੀਅਰ ਹੋ ਗਿਆ ਜਾਂ ਨਹੀਂ? ਸਮਝ ਆਇਆ? ਆਪਾਂ ਦੁਬਾਰਾ ਕਰੀਏ। I'm good. ਰਵਿੰਦਰ हाँ सर, दोबारा एक बार। ਇੱਕ ਵਾਰੀ, ਠੀਕ ਹੈ, ਕਰਨਾ ਕੀ ਹੈ? ਠੀਕ ਹੈ ਰਵਿੰਦਰ, ਦੁਬਾਰਾ ਕਹਿ ਰਹੇ ਨਾ? यस। ਹਾਂ, ਓਕੇ। ਦੇਖ, ਇੱਕ ਐਪਲੀਕੇਸ਼ਨ ਲੋਡ ਬੈਲੈਂਸਰ ਬਣਾਉਣਾ ਆਪਾਂ ਨੇ। ਐਪਲੀਕੇਸ਼ਨ ਲੋਡ ਬੈਲੈਂਸਰ ਦੇ ਵਿੱਚ ਬਾਈ ਡਿਫਾਲਟ ਉਹਦਾ ਕੀ ਰੂਲ ਹੈ? ਦੇਖੋ ਦੁਬਾਰਾ, ਕਿ ਤੁਸੀਂ ਇੱਕ ਐਪਲੀਕੇਸ਼ਨ ਰੂਲ ਬਣਾਇਆ, ਉਹਨੂੰ ਕਿਹਾ ਕਿ ਜਦੋਂ ਕੋਈ ਪੋਰਟ 80 ਤੇ ਰਿਕੁਐਸਟ ਆਵੇ ਉਹ ਤੁਹਾਡੇ ਕਿਹੜੇ ਟਾਰਗੇਟ ਗਰੁੱਪ ਤੇ ਚਲ ਜਾਏ? ਮਾਈ ALB, ਦੈਟ ਇਜ਼ ਦਾ ਡਿਫਾਲਟ ਰਿਕੁਐਸਟ। ਮਤਲਬ ਹੁਣ ਇਹਦੇ ਵਿੱਚ ਇੱਕ ਤਰ੍ਹਾਂ ਦੇ ਤਿੰਨ ਟਾਰਗੇਟ ਗਰੁੱਪ ਬਣ ਗਏ ਆ। ਇੱਕ ਆਹ ਵਾਲਾ, ਠੀਕ ਹੈ, ਇੱਕ ਆਹ ਟਾਰਗੇਟ ਗਰੁੱਪ ਹੈ, ਠੀਕ ਹੈ, ਜਿਹੜਾ ਤੁਹਾਡਾ ਮਾਈ ALB ਹੈ। ਮੈਂ ਇਹਦੇ ਵਿੱਚ ਕੀ ਕੀਤਾ, ਠੀਕ ਹੈ, ਇੱਕ ਬੇਸਿਕ ਇੱਕ ਆਹ ਟਾਰਗੇਟ, ਇਹਦੇ ਵਿੱਚ ਦੋਨੋਂ ਸਰਵਰਸ ਹੈ, ਆਹ ਵਾਲੇ ਵੀ ਹੈ, ਠੀਕ ਹੈ, ਆ ਇੱਧਰ ਜਾਂਦਾ ਪਿਆ। ਜਦੋਂ ਹੁਣ ਮੈਂ ਤੁਹਾਨੂੰ ਇਹ ਸਮਝਾ ਰਿਹਾ ਸੀਗਾ ਕਿ ਪਾਥ ਬੇਸ ਰਾਊਟਿੰਗ ਕਿੱਦਾਂ ਹੁੰਦੀ ਹੈ, ਪਾਥ ਬੇਸਡ ਰਾਊਟਿੰਗ। ਉਸ ਲਈ ਤੁਸੀਂ ਇੱਥੇ ਆਉਂਦੇ ਆ ਰੂਲਸ ਦੇ ਵਿੱਚ। ਮੈਂ ਰੂਲ ਦੇ ਵਿੱਚ ਪਾਥ ਸਿਲੈਕਟ ਕਰ ਦਿੱਤਾ /es ਤੇ /en, ਕਿ ਜੇ ਕਿਸੇ ਨੇ ਬਰਾਊਜ਼ਰ ਦੇ ਵਿੱਚ /es ਦਿੱਤਾ ਹੋਵੇ ਤਾਂ ਕਿਹੜੇ ਟਾਰਗੇਟ ਗਰੁੱਪ 'ਚ ਜਾਏਗਾ, ਜੇ /en ਦਿੱਤਾ ਹੋਵੇ ਕਿਹੜੇ ਟਾਰਗੇਟ ਗਰੁੱਪ 'ਚ ਜਾਏਗਾ। ਹੁਣ ਅਗਰ ਤੁਸੀਂ ਬਰਾਊਜ਼ਰ 'ਚ ਦੇਖੋ, ਮੈਂ ਇਹਦੇ ਪਿੱਛੇ /es ਦਿੱਤਾ, ਠੀਕ ਹੈ, ਜਿਹੜਾ ਵੀ ਤੁਹਾਡੀ ਵੈਬਸਾਈਟ ਹੋਊਗੀ, ਜਿੱਦਾਂ citibank.com/ibank ਅਸੀਂ ਐਗਜ਼ਾਮਪਲ ਲਈ ਸੀਗੀ, citibank.com/credit card, ਹੁਣ ਉਹ /credit card ਪੜੇਗਾ /ibank ਪੜੇਗਾ। ਜੇ ibank ਤੇ ਜਾਏਗਾ ਤਾਂ ਉਹ ਤੁਹਾਡਾ ਨੈਟ ਬੈਂਕਿੰਗ ਦੇ ਸਰਵਰਸ ਦੇ ਉੱਤੇ ਮੂਵ ਕਰ ਦੇਗਾ। ਜੇ ਤੁਹਾਡਾ ਉਹਦੇ ਵਿੱਚ ਕ੍ਰੈਡਿਟ ਕਾਰਡ ਲਿਖੇਗਾ ਤਾਂ ਕ੍ਰੈਡਿਟ ਕਾਰਡ ਦੇ ਸਾਰੇ ਸਰਵਰਸ ਦੇ ਉੱਤੇ ਮੂਵ ਕਰ ਦੇਗਾ। ਸੇਮ ਲੋਡ ਬੈਲੈਂਸਰ, ਬਟ ਉਹ ਪੜੇਗਾ ਤੁਹਾਡਾ ਪਾਥ ਕੀ ਲਿਖਿਆ ਹੋਇਆ ਹੈ, ਠੀਕ ਹੈ। ਇਹ ਪਾਥ ਦੇ ਹਿਸਾਬ ਨਾਲ ਉਹ ਅੱਗੇ ਰਿਕੁਐਸਟ ਭੇਜੇਗਾ ਕਿਹੜੇ ਟਾਰਗੇਟ ਗਰੁੱਪ ਨੂੰ ਭੇਜਣਾ। ਇਸ ਟਾਰਗੇਟ ਗਰੁੱਪ ਵਿੱਚ ਵੀ ਫੋਰ ਐਗਜ਼ਾਮਪਲ 2 ਸਰਵਰ ਜਾਂ 3 ਸਰਵਰ ਲੱਗੇ ਹੋਏ ਆ, ਇਹਦੇ ਵਿੱਚ ਵੀ 2-3 ਸਰਵਰ ਲੱਗੇ ਹੋਏ ਆ, ਠੀਕ ਹੈ। ਇਹ ਦੋਨੋਂ ਅਲੱਗ-ਅਲੱਗ ਵੈਬ ਸਰਵਰ ਹੈ, ਠੀਕ ਹੈ। ਇੱਕ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਦਿੰਦਾ, ਇੱਕ ਨੈਟ ਬੈਂਕਿੰਗ ਦਾ ਟਾਰਗੇਟ ਗਰੁੱਪ ਆ। ਤਾਂ ਬੇਸਡ ਔਨ ਤੁਹਾਡੇ ਪਾਥ ਜਿਹੜਾ ਤੁਸੀਂ ਇੱਥੇ ਦਿੱਤਾ ਆ, ਉਹਦੇ ਹਿਸਾਬ ਨਾਲ ਬਰਾਊਜ਼ਰ ਨੂੰ ਪੜ੍ਹਦਾ, ਬਰਾਊਜ਼ਰ ਨੂੰ ਪੜ੍ਹ ਕੇ ਦੇਖਦਾ, ਅੱਛਾ ਇਹਦੇ ਪਿੱਛੇ /es ਲਿਖਿਆ, /ibank ਲਿਖਿਆ, /credit card ਲਿਖਿਆ, ਕੀ ਲਿਖਿਆ। ਬੇਸਡ ਔਨ ਦੈਟ ਉਹ ਤੁਹਾਡਾ ਉਸ ਰਿਕੁਐਸਟ ਨੂੰ ਅੱਗੇ ਫਾਰਵਰਡ ਕਰ ਦਿੰਦਾ, ਠੀਕ ਹੈ, ਉਸ ਪਾਰਟਿਕੂਲਰ ਟਾਰਗੇਟ ਗਰੁੱਪ ਨੂੰ ਫਾਰਵਰਡ ਕਰ ਦਿੰਦਾ। ਕਲੀਅਰ? ਹੁਣ ਇਹਨੂੰ बढ़ा के देखना। हाँ हाँ क्लियर है। ओके, ਤੇ ਹੁਣ ਇਹਨੂੰ ਬਣਾ ਕੇ ਦੇਖਣਾ ਤੁਸੀਂ ਖੁਦ ਆਫਟਰ ਦਾ ਸੈਸ਼ਨ ਕਿ ਤੁਹਾਡਾ ਇਹ ਬਣ ਪਾਉਂਦਾ ਜਾਂ ਨਹੀਂ। ਓਕੇ, ਜਿਹੜੇ ਵੀ ਆ ਰਿਕੁਐਸਟ ਆ ਮੀਨਸ ਤੁਸੀਂ ਉਹਨੂੰ ਨੋਟ ਕਰ ਸਕਦੇ ਆ, ਠੀਕ ਹੈ, ਔਰ ਉਹਨੂੰ ਟਰਾਈ ਕਰਨਾ। ਦੂਸਰਾ, ਅਸੀਂ ਥੋੜਾ ਜਿਹਾ ਹੋਰ ਲੋਡ ਬੈਲੈਂਸਰ ਦੇ ਵਿੱਚ ਏਦਾਂ ਹੀ ਮਲਟੀਪਲ ਦੂਸਰੇ ਰੂਲਸ ਵੀ ਆ ਜਿਹੜੇ ਤੁਸੀਂ ਉਹਨੂੰ ਟਰਾਈ ਕਰ ਸਕਦੇ ਹੋ। ਜਿਵੇਂ ਕਿ ਮੰਨ ਲਓ ਫੋਰ ਐਗਜ਼ਾਮਪਲ ਤੁਹਾਨੂੰ ਪਾਥ ਬੇਸ ਦੀ ਜਗ੍ਹਾ ਹੋਸਟ ਹੈਡਰ ਦੇ ਹਿਸਾਬ ਨਾਲ ਕਰਨੀ ਹੈ, ਕੁਝ HTTP ਹੈਡਰ ਦੇ ਹਿਸਾਬ ਨਾਲ ਕਰਨੀ ਹੈ, ਉਹ ਤੁਹਾਨੂੰ ਉਹਦੇ ਬਾਰੇ ਮਤਲਬ ਬੇਸਡ ਔਨ ਦੈਟ ਐਜ਼ ਵੈਲ ਤੁਸੀਂ ਰਾਊਟਿੰਗ ਕਰ ਸਕਦੇ ਆ। ਹੁਣ ਇੱਥੇ ਸਾਨੂੰ ਸਿਰਫ ਇਹ ਦੱਸਿਆ ਗਿਆ ਆ ਕਿ ਲੋਡ ਬੈਲੈਂਸਰ ਦੇ ਵਿੱਚ ਬੇਸਡ ਔਨ ਮਲਟੀਪਲ ਰੂਲਸ ਤੁਸੀਂ ਰਿਕੁਐਸਟ ਨੂੰ ਮੈਨੇਜ ਕਰ ਸਕਦੇ ਹੋ, ਕਿੱਥੇ ਭੇਜਣਾ ਇਹ ਤੁਹਾਡੇ ਹੱਥ ਦੇ ਵਿੱਚ ਆ ਹੁਣ, ਠੀਕ ਹੈ ਨਾ, ਜਿਹੜੀ ਚੀਜ਼ ਨੈਟਵਰਕ ਲੋਡ ਬੈਲੈਂਸਰ ਦੇ ਵਿੱਚ ਪੋਸੀਬਲ ਨਹੀਂ ਆ, ਠੀਕ ਹੈ। ਓਕੇ, ਤੇ ਓਕੇ
ਲੈਟਸ ਡਿਸਕਸ ਅਬਾਊਟ ਮੋਨੀਟਰਿੰਗ। ਆ ਸਾਰੇ ਇਹਦੇ ਮੋਨੀਟਰਿੰਗ ਰਿਕੁਐਸਟ ਹੈ, ਕਿੰਨੀਆਂ ਆ ਰਹੀਆਂ, ਰਿਕੁਐਸਟ ਕਾਊਂਟ, ਰੂਲ ਇਵੈਲੂਏਸ਼ਨ, ਤੁਸੀਂ ਇੱਥੋਂ ਚੈੱਕ ਕਰ ਸਕਦੇ ਆ। ਇੰਟੀਗ੍ਰੇਟਿਡ ਸਰਵਿਸਿਜ਼, ਹੋਰ ਵੀ ਸਰਵਿਸਿਜ਼ ਨੂੰ ਤੁਸੀਂ ਇਹਦੇ ਨਾਲ ਇੰਟੀਗ੍ਰੇਟ ਕਰ ਸਕਦੇ ਹੋ, ਉਹਦੇ ਬਾਰੇ ਆ। ਠੀਕ ਹੈ, ਐਪਲੀਕੇਸ਼ਨ ਲੋਡ ਬੈਲੈਂਸਰ। ਹਾਂ, ਐਪਲੀਕੇਸ਼ਨ ਲੋਡ ਬੈਲੈਂਸਰ ਦੇ ਵਿੱਚ ਬਾਕੀ ਇਹੀ ਹੈ ਸੇਮ ਜੋ ਅਸੀਂ ਐਡਿਟ ਆਈਪੀ ਐਡਰੈਸ ਟਾਈਪ, ਇੱਥੇ IPv4 ਆ, ਔਰ ਤੁਸੀਂ ਇਹਦੇ ਵਿੱਚ ਡਿਊਲ ਸਟੈਕ ਦੇਣਾ ਆ ਕਿ ਦੋਨੋਂ ਚੀਜ਼ਾਂ ਚੱਲੇ, IPv4 ਐਸ ਵੈਲ IPv6 ਐਸ ਵੈਲ, ਤਾਂ ਆ ਦੇ ਸਕਦੇ ਹੋ ਤੁਸੀਂ ਇੱਥੇ। ਔਰ ਹੁਣ ਆਪਾਂ ਸਿਕਿਉਰਿਟੀ ਦੇਖਿਆ ਹੀ ਹੈ, ਇਹਦੇ ਵਿੱਚ ਥੋੜੇ ਹੋਰ ਐਟਰੀਬਿਊਟਸ ਦਿੱਤੇ ਆ, ਮੈਂ ਸਾਰੇ ਨਹੀਂ ਯੂਜ਼ ਕੀਤੇ ਕਦੀ ਵੀ। ਪਹਿਲਾ ਡਿਲੀਟ ਪ੍ਰੋਟੈਕਸ਼ਨ ਹੈ, ਜਿਹਨੂੰ ਤੁਸੀਂ ਅਨੇਬਲ ਕਰ ਸਕਦੇ ਹੋ। ਮੋਸਟਲੀ ਇੱਕ ਬੈਸਟ ਪ੍ਰੈਕਟਿਸ ਆ, ਜਦੋਂ ਵੀ ਕੰਪਨੀ 'ਚ ਪ੍ਰੋਡਕਸ਼ਨ ਕੋਈ ਵੀ ਚੀਜ਼ ਕਰਨੀ ਆ, ਠੀਕ ਹੈ, ਤੇ ਉਹ ਤੁਸੀਂ ਹਾਂ ਇਹਨੂੰ ਅਨੇਬਲ ਕਰਨਾ ਆ। ਠੀਕ ਹੈ। ਸੈਕੰਡ, HTTP2 ਨੂੰ ਅਨੇਬਲ ਕਰਕੇ ਰੱਖਣਾ ਜਾਂ ਨਹੀਂ। ਥਰਡ, ਤੁਸੀਂ ਆ ਜਿਹੜੇ ਨਵੀਂ ਆਪਸ਼ਨਸ ਦਿੱਤੀਆਂ ਇਹਨਾਂ ਨੇ ਕਿ ਡੀਸਿੰਕ ਮਿਟੀਗੇਟ ਮੋਡ, ਇਹ defensive strictest monitor, determine how the load balancer handle the request that might poses a security risk to your application। ਕਈ ਵਾਰ ਇਹ ਹੁੰਦਾ ਕਿ ਉਹ ਕੰਟੀਨਿਊਸ ਐਪਲੀਕੇਸ਼ਨ ਲੋਡ ਬੈਲੈਂਸਰ ਸਾਡਾ ਚੈੱਕ ਕਰਦਾ ਕਿ ਇਹ ਰਿਕੁਐਸਟ ਕੋਈ ਸਿਕਿਉਰਿਟੀ ਥ੍ਰੈਟ ਤਾਂ ਨਹੀਂ ਆ, ਉਹਨੂੰ ਡਿਫੈਂਸਿਵ ਮੋਡ ਦੇ ਵਿੱਚ ਰੱਖਦਾ, ਸਟਿਕੈਸਟ ਰੱਖੇਗਾ, ਤਾਂ ਉਹਨੂੰ ਜਿਹੜੀ ਵੀ ਰਿਕੁਐਸਟ ਲੱਗੇ ਕਿ ਇਹ ਸਹੀ ਨਹੀਂ ਆ, ਠੀਕ ਹੈ, ਉਹ ਉਹਨੂੰ ਡਿਸੇਬਲ ਕਰ ਦੇਗਾ। May I know who joined? Devinder Kumnani, as I discussed you on Friday. Okay. Hi, Devinder. Okay, you are late, so we are already means just working on application load balancer. Devinder, can you hear me? Devinder, can you hear me? I'm not able to hear you.